Hello students, I hope you all are fine. So ਅੱਜ ਆਪਾਂ ਤੁਹਾਡੇ ਲਈ ETT ਮਾਸਟਰ ਕੈਡਰ ਜਾਂ ਪੇਪਰ 2 ਪੰਜਾਬ ਇਸ ਦੇ ਲਈ ਲੈ ਕੇ ਆਏ ਟੌਪਿਕਸ ਪੋਲਿਟੀ ਦਾ। ਠੀਕ ਹੈ ਫਰੈਂਡਸ, ਪੋਲਿਟੀ ਦਾ ਟੌਪਿਕ ਲੈ ਕੇ ਆਏ ਆ। ਆਪਾਂ ਨੂੰ ਪਤਾ ਹੈ ਕਿ SST ਪਾਰਟ ਹੈ ਜਿਹੜਾ ETT ਦੇ ਵਿੱਚ ਉਸ ਦੇ 4 ਪਾਰਟਸ ਨੇ। ਜੋ ਸਿਵਿਕਸ ਪਾਰਟ ਹੈ ਉਸ ਦਾ ਹੀ ਟੌਪਿਕ ਹੈ। ਸਿਵਿਕਸ ਪਾਰਟ ਦੇ ਵਿੱਚ ਇੰਡੀਅਨ ਫੋਰਨ ਪੋਲਿਸੀ ਦੇ ਰਿਗਾਰਡਿੰਗ ਠੀਕ ਹੈ ਤੁਹਾਡਾ ਚੈਪਟਰ ਹੈ। ਉਸ ਦੇ ਵਿੱਚ ਇੱਕ ਟੌਪਿਕ ਹੈ UNO। ਠੀਕ ਹੈ, ਸੋ ਇਹ ਟੌਪਿਕ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਵਿੱਚੋਂ ਮਿਨੀਮਮ 1 ਕੁਐਸਚਨ ਤਾਂ ਆਏਗਾ ਹੀ ਆਏਗਾ ਪੇਪਰ 'ਚ। 100% ਸ਼ੋਰ ਹੁੰਦਾ ਹੈ ਕਿ ਇੱਕ ਕੁਐਸਚਨ ਆਰਾਮ ਦੇ ਨਾਲ ਆ ਜਾਏਗਾ, ਕਿਉਂਕਿ ਬਹੁਤ ਅੱਛਾ ਟੌਪਿਕ ਹੈ ਇਹ। ਠੀਕ ਹੈ, ਆਪਣੇ ਆਪ ਦੇ ਵਿੱਚ ਹੀ। ਸੋ ਆਪਾਂ ਇਹਨੂੰ ਸਟਾਰਟ ਕਰਾਂਗੇ। ਇਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਲਾਈਕ ਜ਼ਰੂਰ ਕਰੋ, ਸ਼ੇਅਰ ਜ਼ਰੂਰ ਕਰੋ, ਤਾਂ ਕਿ ਮੈਂ ਵੱਧ ਤੋਂ ਵੱਧ ਵੀਡੀਓਜ਼ ਤੁਹਾਡੇ ਲਈ ਲੈ ਕੇ ਆਵਾਂ। ਹੁਣ ਅੱਜ ਮੈਂ ਪੋਲਿਟੀ ਦੀ ਵੀਡੀਓ ਲੈ ਕੇ ਆਇਆ, ਅਤੇ ਇਸ ਦੇ ਨਾਲ ਪੋਲਿਟੀ ਦੇ ਪੈਰਲਲੀ ਸਾਰੀਆਂ ਸਬਜੈਕਟਸ ਦੀਆਂ ਵੀਡੀਓਜ਼ ਵੀ ਤੁਹਾਡੇ ਲਈ ਪ੍ਰੋਵਾਈਡ ਹੋਣਗੀਆਂ ਜ਼ਰੂਰ। ਸੋ ਵਿਦਆਊਟ ਵੇਸਟਿੰਗ ਟਾਈਮ ਆਪਾਂ ਆਪਣਾ ਟੌਪਿਕ ਸਟਾਰਟ ਕਰਦੇ ਹਾਂ। ਸਾਡਾ ਟੌਪਿਕ ਹੈ UNO। ਦੇਖੋ UNO ਸਭ ਤੋਂ ਪਹਿਲਾਂ ਕੁਛ ਨਹੀਂ ਪਤਾ ਆਪਾਂ ਨੂੰ, ਫੋਰ ਐਗਜ਼ਾਮਪਲ। ਠੀਕ ਹੈ, ਤਾਂ ਵੀ ਆਪਾਂ ਕੀ ਦੇਖਣਾ, ਸਿਰਫ ਦੇਖਣਾ UNO ਕੀ ਹੈ। ਠੀਕ ਹੈ, ਸਾਰਾ ਕੁਝ ਸਮਝ ਆਏਗਾ। UNO ਇੱਕ ਆਰਗੇਨਾਈਜੇਸ਼ਨ ਹੈ। ਠੀਕ ਹੈ, ਬਟ ਇਹਦਾ ਨਾਮ ਕੀ ਹੈ? ਯੂਨਾਈਟਿਡ ਨੇਸ਼ਨਸ। ਠੀਕ ਹੈ ਜੀ, ਆਪਾਂ ਯਾਦ ਰੱਖਣਾ ਯੂ ਕੀ ਕਹਿ ਰਿਹਾ, ਯੂਨਾਈਟਿਡ, N ਕੀ ਬੋਲ ਰਿਹਾ ਹੈ, ਨੇਸ਼ਨਸ, O ਕੀ ਕਹਿ ਰਿਹਾ ਹੈ, ਆਰਗੇਨਾਈਜੇਸ਼ਨ। ਠੀਕ ਹੈ, ਸੋ UNO ਦਾ ਮਤਲਬ ਕੀ ਹੋਇਆ? ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ। ਓਕੇ, ਸੋ ਹੁਣ UNO ਕਿਵੇਂ ਬਣੀ, ਜਾਂ ਕੋਈ ਵੀ ਚੀਜ਼ ਹੈ ਕਿਸੇ ਨਾ ਕਿਸੇ ਕਾਰਨ ਕਰਕੇ ਤਾਂ ਬਣਦੀ ਹੈ ਨਾ, ਆਪਾਂ ਨੂੰ ਪਤਾ। ਸੋ ਆਪਾਂ ਫਸਟ ਆਫ ਆਲ ਦੇਖਦੇ ਹਾਂ, ਬਿਲਕੁਲ ਆਪਾਂ ਨੂੰ ਛੋਟੀ ਜਿਹੀ ਚੀਜ਼ ਹੈ ਜਿਹੜੀ ਵਰਲਡ ਵਾਰ ਬਾਰੇ ਦੇਖਣੀ ਪੈਣੀ ਹੈ ਕਿ ਵਰਲਡ ਵਾਰ ਹੋਈ। ਦੇਖੋ ਵਰਲਡ ਵਾਰ ਆਪਾਂ ਨੂੰ ਪਤਾ 2 ਹੋਈਆਂ। ਵਰਲਡ ਵਾਰ ਜਿਹੜੀ 1 ਸੀ ਉਹ ਕਦੋਂ ਹੋਈ? 28 ਜੁਲਾਈ 1914 ਨੂੰ। ਠੀਕ ਹੈ ਜੀ, 1914, ਅਤੇ 11 ਨਵੰਬਰ 1918 ਤੱਕ ਵਰਲਡ ਵਾਰ 1 ਚੱਲੀ। ਠੀਕ ਹੈ, ਯਾਨੀ ਕਿ ਕਾਫੀ 2 ਤੋਂ ਵੱਧ ਦੇਸ਼ਾਂ ਦੀ ਜਿਹੜੀ ਲੜਾਈ ਆ ਉਸ ਨੂੰ ਆਪਾਂ ਬੋਲ ਦਿੰਦੇ ਹਾਂ। ਠੀਕ ਹੈ ਜੀ, ਵਰਲਡ ਵਾਰ ਦੇ ਵਿੱਚ ਆ ਜਾਂਦੀ ਹੈ। ਵਰਲਡ ਦੀਆਂ ਕੁਝ ਤਾਕਤਾਂ ਇੱਕ ਪਾਸੇ ਹੁੰਦੀਆਂ ਨੇ। ਠੀਕ ਹੈ, ਸੋ ਇਹਦੇ ਬਾਰੇ ਇੰਨਾ ਕੁਝ ਜ਼ਿਆਦਾ ਡਿਸਕਸ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਆਪਣਾ ਟੌਪਿਕ ਨਹੀਂ ਹੈ। ਸੈਕੰਡਲੀ ਬੇਟਾ ਇੱਕ ਗੱਲ ਹੋਰ ਦੇਖੋ ਕਿ ਜਿਹੜਾ ਆਪਾਂ ਇੰਗਲਿਸ਼ ਦੇ ਵਿੱਚ ਇੱਥੇ ਤੁਹਾਨੂੰ ਲੱਗ ਰਿਹਾ ਹੈ ਠੀਕ ਹੈ ਜੀ, ਲਿਖਿਆ ਹੋਇਆ। ਸੋ ਇੰਗਲਿਸ਼ ਦੇ ਵਿੱਚ ਲਿਖਿਆ ਜ਼ਰੂਰ ਹੋਇਆ, ਬਟ ਇਸ ਨੂੰ ਐਕਸਪਲੇਨ ਮੈਂ ਅੱਛੀ ਤਰ੍ਹਾਂ ਪੰਜਾਬੀ ਦੇ ਵਿੱਚ ਤੁਹਾਨੂੰ ਕਰ ਦੂੰਗਾ। ਠੀਕ ਹੈ, ਸੋ ਤੁਸੀਂ ਈਜ਼ੀ ਹੋਏਗਾ ਤੁਹਾਡੇ ਲਈ ਵੀ ਆਰਾਮ ਨਾਲ ਡੀਲ ਕਰਨਾ, ਕਿਉਂਕਿ ਆਪਾਂ ਇੱਥੇ ਤੱਕ ਪਹੁੰਚੇ ਹਾਂ। ਠੀਕ ਹੈ, BEd ਜੋ ETT ਦੇ ਲਈ ਤੁਸੀਂ ਡਿਪਲੋਮਾਸ ਕੀਤੇ, ਸੋ ਇਹ ਸਾਰੀਆਂ ਚੀਜ਼ਾਂ ਕਰਦੇ ਹੋਏ ਤੁਹਾਨੂੰ ਇੰਨੀ ਨੌਲੇਜ ਤਾਂ ਹੈ। ਠੀਕ ਹੈ ਜੀ, ਆਪਾਂ ਮੰਨ ਕੇ ਚੱਲਦੇ ਹਾਂ। ਸੋ ਵਰਲਡ ਵਾਰ 2 ਦੇਖੋ, ਹੁਣ ਵਰਲਡ ਵਾਰ 2 ਕਦੋਂ ਹੋਈ? ਇਹ ਹੋਈ 1939 ਤੋਂ ਲੈ ਕੇ 1945 ਦੇ ਵਿੱਚ। ਸੋ ਜਦੋਂ ਵੀ ਲੜਾਈ ਹੁੰਦੀ ਹੈ ਜਾਂ ਕੋਈ ਵੀ ਇਹੋ ਜਿਹੀ ਕੰਡੀਸ਼ਨਸ ਜਿਹੜੀ ਕਿਸੇ ਵੀ ਦੇਸ਼ ਲਈ ਜਾਂ ਫਿਰ ਪੂਰੀ ਦੁਨੀਆ ਲਈ ਠੀਕ ਨਾ ਹੋਵੇ, ਤਾਂ ਕੁਝ ਨਾ ਕੁਝ ਇਹੋ ਜਿਹੀਆਂ ਚੀਜ਼ਾਂ ਜਾਂ ਇਹੋ ਜਿਹੇ ਲੀਡਰਸ ਜਾਂ ਇਹੋ ਜਿਹੇ ਸ਼ਖਸ ਹੁੰਦੇ ਨੇ ਜਿਹੜੇ ਕੀ ਚੀਜ਼ ਦੇਖਦੇ ਨੇ ਕਿ ਇਸ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ। ਠੀਕ ਹੈ ਜੀ, ਇਸ ਨੂੰ ਕਿਵੇਂ ਮਾਹੌਲ ਨੂੰ ਠੀਕ ਕੀਤਾ ਜਾ ਸਕਦਾ। ਸੋ ਐਵੇਂ ਹੀ ਲੀਡਰਸ ਦੀ ਕੁਛ ਦੀ ਮੀਟਿੰਗ ਹੋਈ। ਠੀਕ ਹੈ, ਉਸ ਦੀ ਪ੍ਰਧਾਨਗੀ ਦੇ ਵਿੱਚ ਰੂਜ਼ਵੈਲਟ ਜਾਂ ਚਰਚਿਲ ਦੀ ਪ੍ਰਧਾਨਗੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ। ਠੀਕ ਹੈ ਜੀ, ਇਹ ਫੈਸਲੇ ਕੀਤੇ ਗਏ ਕਿ ਆਪਾਂ ਕਿਵੇਂ ਦੁਨੀਆ ਨੂੰ ਪੂਰੀ ਨੂੰ ਠੀਕ ਹੈ ਸ਼ਾਂਤੀ ਦੇ ਵਿੱਚ ਜਾਂ ਪੀਸ ਦੇ ਵਿੱਚ ਲੈ ਕੇ ਆਈਏ। ਸੋ ਇਹਦੇ ਮੇਜਰ ਜੋ ਪਰਸਨ ਸੀਗੇ ਇਸ ਦੇ ਨਾਲ ਰਿਲੇਟਡ, ਰੂਜ਼ਵੈਲਟ ਅਤੇ ਚਰਚਿਲ। ਠੀਕ ਹੈ ਜੀ, ਰੂਜ਼ਵੈਲਟ ਅਤੇ ਚਰਚਿਲ ਨੇ ਜਿਹੜੇ, ਦੇਖੋ ਰੂਜ਼ਵੈਲਟ ਕੌਣ ਹੈ? ਅਮਰੀਕਨ ਪ੍ਰੈਜ਼ੀਡੈਂਟ ਉਸ ਟਾਈਮ ਦਾ। ਠੀਕ ਹੈ ਜੀ, ਜਦ 1945 ਦੀ ਗੱਲ ਕਰ ਰਹੇ ਹਾਂ ਆਪਾਂ, 1945 ਜਦੋਂ ਵਰਲਡ ਵਾਰ 2 ਐਂਡ ਹੋਈ। ਰੂਜ਼ਵੈਲਟ ਅਮਰੀਕਨ ਪ੍ਰੈਜ਼ੀਡੈਂਟ ਐਂਡ ਚਰਚਿਲ ਕੀ ਬ੍ਰਿਟਿਸ਼ PM। ਠੀਕ ਹੈ ਜੀ, ਇਹ ਦੋਨਾਂ ਨੂੰ ਆਪਾਂ ਯਾਦ ਰੱਖਣਾ। ਹੁਣ ਦੇਖੋ MCQs ਆਪਣੇ ਆਪ 'ਚ ਹੀ ਬਣ ਰਹੇ ਨੇ, ਹੁਣ ਇੱਥੋਂ ਸਟਾਰਟ ਹੋ ਜਾਂਦੇ ਨੇ ਕਿ ਆਪਾਂ ਕਹਿ ਸਕਦੇ ਹਾਂ ਕਿ ਜਦੋਂ UNO ਬਣੀ ਉਸ ਟਾਈਮ ਰੂਜ਼ਵੈਲਟ ਕੌਣ ਸੀ, ਜਾਂ ਅਮਰੀਕਨ ਪ੍ਰੈਜ਼ੀਡੈਂਟ ਸੀ ਜਾਂ ਕੋਈ ਸੀ? ਆਪਾਂ ਦੱਸਾਂਗੇ ਕਿ ਅਮਰੀਕਨ ਪ੍ਰੈਜ਼ੀਡੈਂਟ। ਜਾਂ ਫਿਰ ਅਮਰੀਕਨ ਪ੍ਰੈਜ਼ੀਡੈਂਟ ਕੌਣ ਸੀ? ਰੂਜ਼ਵੈਲਟ ਦੱਸਿਆ ਜਾ ਸਕਦਾ। ਬ੍ਰਿਟਿਸ਼ PM ਕੌਣ ਸੀ? ਚਰਚਿਲ। ਜਾਂ ਇਹਨਾਂ ਦਾ ਯੋਗਦਾਨ ਸੀ, ਇਹ ਚੀਜ਼ ਪੁੱਛੀ ਜਾ ਸਕਦੀ ਹੈ। ਠੀਕ ਹੈ, ਹੁਣ ਦੇਖੋ ਇਹਨਾਂ ਨੇ ਮਿਲ ਕੇ ਸਾਰਿਆਂ ਨੇ ਕੀ ਕੀਤਾ? ਇੱਕ ਆਰਗੇਨਾਈਜੇਸ਼ਨ ਹੈ ਜਿਹੜੀ ਬਣਾਈ। ਠੀਕ ਹੈ ਜੀ, ਇੱਕ ਆਰਗੇਨਾਈਜੇਸ਼ਨ ਬਣਾਈ। ਉਸ ਆਰਗੇਨਾਈਜੇਸ਼ਨ ਦਾ ਜੋ ਮਕਸਦ ਸੀ ਕਿ ਕੋਈ ਵੀ ਆਪਾਂ ਆਰਗੇਨਾਈਜੇਸ਼ਨ ਬਣਾਉਂਦੇ ਹਾਂ, ਕੋਈ ਕਮੇਟੀ ਬਣਾਉਂਦੇ ਹਾਂ, ਤਾਂ ਉਹ ਕਿਸੇ ਮਕਸਦ ਲਈ ਬਣਾਈ। ਹੁਣ ਲੜਾਈ ਚੱਲ ਰਹੀ ਸੀ ਤਾਂ ਓਬਵੀਅਸ ਹੈ ਸ਼ਾਂਤੀ ਦੇ ਮਕਸਦ ਲਈ ਬਣਾਈ ਗਈ ਹੋਏਗੀ। ਸੋ ਕੀ ਮਕਸਦ ਸੀ ਇਸ ਦਾ? ਪੀਸ ਕ੍ਰੀਏਟ ਕਰਨਾ। ਠੀਕ ਹੈ ਜੀ, ਪੀਸ ਕ੍ਰੀਏਟ ਕਰਨਾ। ਹੁਣ ਜੇ ਸ਼ਾਂਤੀ ਦੇ ਲਈ ਠੀਕ ਹੈ ਜੀ ਬਣਾਇਆ ਕੁਝ, ਇਹੋ ਜਿਹੀ ਕਮੇਟੀ ਸੋਚੀ ਉਹਨਾਂ ਨੇ ਕਿ ਕੀ ਬਣਾਇਆ ਜਾਵੇ। ਕਮੇਟੀ ਬਣਾਈ ਪੀਸ ਦੇ ਲਈ। ਠੀਕ ਹੈ ਜੀ, ਉਹਦਾ ਨਾਮ ਰੱਖਿਆ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ। ਠੀਕ ਹੈ ਜੀ, ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ। ਹੁਣ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਦੇਖੋ ਕੀ ਹੈ ਕਿ ਨੇਸ਼ਨਸ, ਦੇਖੋ ਯੂਨਾਈਟਿਡ ਹੁੰਦਾ ਇਕੱਠੇ ਕਰਨਾ, ਨੇਸ਼ਨਸ ਸਾਰੇ ਦੇਸ਼, ਸਾਰੇ ਰਾਸ਼ਟਰ, ਆਰਗੇਨਾਈਜੇਸ਼ਨ ਬਣ ਗਈ ਉਹਨਾਂ ਦੀ, ਯਾਨੀ ਕਿ ਸਾਰੇ ਦੇਸ਼ਾਂ ਨੂੰ ਇਕੱਠਾ ਕਰਨਾ। ਠੀਕ ਹੈ ਜੀ, ਆਪਾਂ ਮੈਂਬਰਸ ਸੀ। ਹੁਣ ਦੇਖੋ ਕੋਈ ਵੀ ਕਮੇਟੀ ਬਣਦੀ ਹੈ ਜਾਂ ਕੋਈ ਵੀ ਚੀਜ਼ ਬਣਦੀ ਹੈ ਨਿਊ, ਤਾਂ ਉਸ ਦੇ ਵਿੱਚ ਕੁਝ ਮੈਂਬਰਸ ਵੀ ਹੁੰਦੇ ਨੇ।
ठीक है जी, या कदों बनती है वो, या उस ऑफिस या कित्थे बनी वो, तीन चीज़ां मैटर करदियां ने। सो कदों बनी ये कमेटी, या फिर आप यूएनओ ऑर्गेनाइजेशन है जी यूनाइटेड नेशन, कदों बनी? सब तो पहला क्वेश्चन MCQ ही है एक तरीके का, सब तो पहला कि ये बनी कदों। इसका जो गठन होया वो होया 24 अक्तूबर 1945 1945 ਦੇ ਵਿੱਚ, ठीक है जी। ये कमेटी बनी। यूएनओ कदों बनया? 24 अक्तूबर 1945 ਦੇ ਵਿੱਚ ਇਹ ਆਰਗੇਨਾਈਜੇਸ਼ਨ, ठीक है जी, ਐਸਟੈਬਲਿਸ਼ ਹੋਈ। सो उस टाइम जो एस्टैबलिश हुई, कितने तो एस्टैबलिश हुई होनी है ना, कितने हैडकुआटर है उसका। सो हैडकुआटर देखो, हैडकुआटर या हैड ऑफिस की गल की जा सकती है, वो है न्यूयॉर्क दे विच, ठीक है जी, न्यूयॉर्क सिटी। न्यूयॉर्क सिटी इंपॉर्टेंट क्वेश्चन बन गया भी। इस तो बाद एक इंपॉर्टेंट क्वेश्चन इस निकल के आ रहा है कि मैंबरस किन्ने सी। देखो दो तरीकों की गल कि जो कमेटी बनी तो जो आप कोई भी चीज़ बनाने हैं तो अपने घट मैंबरस होंगे हैं, ठीक है जी। उस तो बाद जो वो चीज़ पुरानी हो जाती है या उस मोडिफिकेशनस हो जाती है ना, दैन उसके मैंबरस भी बढ़ना स्टार्ट हो जाते हैं। जिवें आप गल करते हैं किसी भी, ठीक है जी, अपने संगठन की गल की जाए या तुम यूट्यूब की गल ही करते हो कि पहला थोड़े कोल जो घट लोग देखणगे, उस तो बाद ਵੱਧ ਦੇਖਣਗੇ। ਸੋ ਜੋ ਚੀਜ਼ ਹੈ ਜਿਹੜੀ ਅੱਛੀ ਹੋਈ ਜਾਂਦੀ ਹੈ ਜਾਂ ਉਸ ਦੇ ਵਿੱਚ ਮੋਡੀਫਿਕੇਸ਼ਨਸ ਹੋਈ ਜਾਂਦੀਆਂ ਨੇ। ਸੋ ਹੁਣ ਦੇਖੋ ਮੈਂਬਰਸ ਪਹਿਲਾਂ ਕਿੰਨੇ ਮੈਂਬਰ ਸੀਗੇ ਇਸ ਦੇ? 51 ਮੈਂਬਰਸ ਇਨੀਸ਼ੀਅਲੀ ਜਦੋਂ ਇਹ ਬਣੀ, ਠੀਕ ਹੈ ਜੀ, यूएनओ ਬਣੀ। इस तो बाद हुण लेटेस्ट की गल की जाए पेपर के लिए, ये भी इंपॉर्टेंट चीज़ है कि 51 मैंबरस इनिशियली सीगे तो हुण देखा जाए तो 193 मैंबरस हो चुके हैं। 193 मैंबरस हो तो गए, पर 193 भी पूछा जा सकता कि केड़ा जो केड़ी कंट्री है वो 193 मैंबर है, वो है अपनी साउथ सुडान, ठीक है जी, साउथ सुडान कंट्री है जी। इस तो बाद हुण हैड ऑफिस की गल की जाए, हैड ऑफिस यूएनओ का है कित्थे? न्यूयॉर्क सिटी दे विच। सो कुछ अदर ऑफिसिस भी ने जिथे इसका वर्क होंदा है यूएनओ का, वो कित्थे ने वो भी आपां, ठीक है जी, एक नज़र देख लैंदे आ। नैरोबी दे विच, जेनेवा दे विच ते वियना दे विच। हुण ये तीनों कित्थे ने? नैरोबी है केनिया दे विच, जेनेवा स्विट्जरलैंड दे विच, वायना ऑस्ट्रेलिया। हुण इसनूं ऑस्ट्रेलिया नहीं कह सकते, ऑस्ट्रिया, ठीक है जी, ऑस्ट्रिया अलग कंट्री है, ठीक है जी। सो इस दे विच ये ऑर्गेनाइजेशन दियां जो अदर ऑफिसिस ने वो हैगे ने, ठीक है जी। इस तो बाद हुण कोई भी ऑफिस बनता है या कोई भी एक संगठन बनता है तो उसके कुछ पार्ट होंगे ने, या उस दे विच काम करन दे लई कुछ ना कुछ लोग आपां डिविडेशन कर लैंदे, डिवाइड कर लैंदे, पार्ट कर लैंदे कि ये अपने कोल संस्था दे विच बॉडीज़ बना दिंदे आपां, ठीक है जी, कि काम करनगियां अलग अलग तरीके दियां, ठीक है जी, अलग अलग तरीके का काम जिहड़ा वो कीता जावे जिथे। हुण देखो इसे तरीके दे नाल इसे कंपोनेंट या बॉडीज़ किहड़ियां ने, तीन तरीके दे नाल आपां इस नूं देखांगे, तीन इसदियां मेन बॉडीज़ आपां देख लांगे। सो जनरल असैंबली सब तो पहली गल की जा सकती है। जनरल असैंबली ये कोई खास इंपॉर्टेंट नहीं है। जनरल असैंबली दे विच की होएगा? डिस्कशन होंदी है या डिफरेंट टाइप ऑफ पॉलिसी मेकिंग। डिस्कशन किस तरीके की कि किसी भी कंट्री का डिस्प्यूट है या फिर अपने कोल, ठीक है जी, उस दे लई या फिर आपां ने पीस दे लई किहड़ियां चीज़ां बनाणियां ने, ठीक है जी, किहड़ी चीज़ अच्छी पॉलिसी बन सकती है, वो जी चीज़ां दे उत्ते डिस्कशन हो सकती है, ठीक है जी। इस तो बाद सैकेंड सिक्योरिटी काउंसिल, वेरी वेरी इंपॉर्टेंट। सिक्योरिटी काउंसिल बहुत इंपॉर्टेंट है। जेकर क्वेश्चन बनता तो मेनली सिक्योरिटी काउंसिल एंड अदर जो मैं थर्ड करवानी है तो टाइप, ठीक है जी, उस दे विचों बनता। सो इस देखो सिक्योरिटी काउंसिल बनाई, एक काउंसिल बनाई सिक्योरिटी दे लई। हुण इस विच देखने आपां ने कि टोटल मैंबरस, पहली गल पूछी जा सकती है। देखो सिक्योरिटी काउंसिल दे विच टोटल मैंबर कंट्रीज़ होणगियां, ठीक है जी, कंट्रीज़ क्योंकि यूनाइटेड नेशन ऑर्गेनाइजेशन है, नेशनस ने इस कंट्रीज़ ने, सो मैंबर कंट्री नूं ही बोल दांगे, ठीक है जी। सो सिक्योरिटी काउंसिल दे विच टोटल जेकर आपां देखीए मैंबर कंट्रीज़ कितनियां ने? 15। टोटल मैंबर कंट्रीज़ कितनियां होणगियां? 15। पर एक चीज़ होर है कि 15 दे विचों कुछ परमानेंट मैंबरस होणगे, कुछ नॉन परमानेंट मैंबरस होणगे। हुण जेकर परमानेंट मैंबरस की गल की जाए, कितने मैंबरस ने परमानेंट? 5 एंड नॉन परमानेंट की गल की जाए तो 10 मैंबरस नॉन परमानेंट बन जाएंगे। हुण 5 मैंबर बहुत इंपॉर्टेंट कि परमानेंट मैंबरस के रिगार्डिंग क्वेश्चन आ जाता है कि किहड़े मैंबरस या किहड़ियां कंट्रीज़ ने या किहड़ी कंट्री है जिहड़ी परमानेंट मैंबर है यूएनओ की, ठीक है जी, यूएनओ के सिक्योरिटी काउंसिल की, ठीक है जी। सो किहड़ी है इस बारे देखो सिक्योरिटी काउंसिल की है या इसका की वर्क है, ये सारिया चीज़ों की जरूरत नहीं है। आपां ने ये चीज़ करनी है कि कितने मैंबरस ने, ठीक है जी, उस लिए अलग वीडियोज़ तुहानूं प्रोवाइड कर दी जाएगी जिमें भी, ठीक है जी, तुहानूं जरूरत हुई। हुण देखो इसे 5 कंट्रीज़ ने, चाइना, फ्रांस, रशिया, USA, यूनाइटेड स्टेट्स ऑफ अमेरिका,
ठीक है जी, एंड यूनाइटेड किंगडम या यूके बोल सकते हैं। ये 5 ने जो वो परमानेंट मैंबरस ने, तो ओबीएस है ਜਿਹੜੇ 10 रह गए वो नॉन परमानेंट मैंबरस ने। जे 10 नॉन परमानेंट मैंबरस ने ਤਾਂ ਇਹ ਪੱਕੇ ਨਹੀਂ ਹੈਗੇ, ਤਾਂ ਕੁਝ ਨਾ ਕੁਝ ਸਮੇਂ ਲਈ, ਠੀਕ ਹੈ ਜੀ, ਇਹਨਾਂ ਨੂੰ ਅਪਾਇੰਟ ਕੀਤਾ ਜਾਂਦਾ ਹੋਣਾ ਦੇਸ਼ਾਂ ਨੂੰ। ਸੋ ਕੁਝ ਸਮੇਂ ਲਈ ਤਾਂ ਕਿੰਨੇ ਸਮੇਂ ਲਈ, ਠੀਕ ਹੈ ਜੀ, ਹਾਊ ਮੈਨੀ ਈਅਰਸ, ਤਾਂ ਆਪਾਂ ਬੋਲ ਸਕਦੇ ਹਾਂ ਕਿ 2 ਸਾਲ ਦੇ ਲਈ ਇਹਨਾਂ ਨੂੰ ਅਪਾਇੰਟ ਕੀਤਾ ਜਾਂਦਾ, ਠੀਕ ਹੈ ਜੀ, ਹਰ ਇੱਕ ਕੰਟਰੀ ਨੂੰ ਜਾਂ ਹਰ ਇੱਕ 10 ਕੰਟਰੀਜ਼ ਨੂੰ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ। ਵੈਰੀ ਇੰਪੋਰਟੈਂਟ ਇਹ ਵੀ, ਇਹਦੀਆਂ ਵੀ 3 ਚੀਜ਼ਾਂ ਜੋ ਹੈਗੀਆਂ ਨੇ ਵੈਰੀ ਇੰਪੋਰਟੈਂਟ ਨੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੀਆਂ। ਕੋਈ ਵੀ ਦੇਸ਼ਾਂ ਦੇ ਵਿੱਚ ਡਿਸਪਿਊਟ ਹੁੰਦਾ ਜਾਂ ਕੰਟਰੀਜ਼ ਦੇ ਵਿੱਚ, ਠੀਕ ਹੈ ਜੀ, ਕਿਸੇ ਵੀ ਤਰੀਕੇ ਦਾ ਡਿਸਪਿਊਟ ਹੋ ਸਕਦਾ ਹੈ ਜਾਂ ਕਿਸੇ ਕਾਰਨ ਕਰਕੇ ਹੋ ਸਕਦਾ, ਉਹ ਸਾਰੀਆਂ ਚੀਜ਼ਾਂ ਨੂੰ ਜੋ ਹੈ ਇੱਥੇ ਸੌਰਟ ਆਊਟ ਕਰਨ ਦੇ ਲਈ, ਠੀਕ ਹੈ ਜੀ, ਭੇਜਿਆ ਜਾ ਸਕਦਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ। ਸੋ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਬਾਰੇ ਇੰਨੀ ਨੌਲੇਜ ਦੀ ਜ਼ਰੂਰਤ ਨਹੀਂ ਹੈ। ਸਭ ਤੋਂ ਪਹਿਲਾਂ ਇਹ ਗੱਲ ਯਾਦ ਹੋਣੀ ਚਾਹੀਦੀ ਹੈ ਕਿ ਕਿੱਥੇ ਹੈ ਇਹ। ਸੋ ਆਪਾਂ ਕਿੱਥੇ ਦੀ ਗੱਲ ਕਰੀਏ ਤਾਂ ਦਾ ਹੇਗ, ਠੀਕ ਹੈ ਜੀ, ਇਹ ਕਿੱਥੇ ਹੈ, ਦਾ ਹੇਗ ਦੇ ਵਿੱਚ। ਹੇਗ ਕਿੱਥੇ ਹੈ, ਇਹ ਹੈ ਨੀਦਰਲੈਂਡ ਕੰਟਰੀ ਦੇ ਵਿੱਚ, ਠੀਕ ਹੈ ਜੀ। ਸੋ ਇਹ ਚੀਜ਼ ਹੋ ਗਈ ਕਿ ਇਹ ਕਿੱਥੇ ਹੈ, ਠੀਕ ਹੈ ਜੀ, ਹੇਗ ਦੇ ਵਿੱਚ ਹੈ, ਨੀਦਰਲੈਂਡ ਦੇ ਵਿੱਚ। ਇਸ ਤੋਂ ਬਾਅਦ वर्किंग कदों तो स्टार्ट हुई, देखो 1995 ਦੇ ਵਿੱਚ ਆਪਣੀ ਜੋ UNO ਦੀ, ਠੀਕ ਹੈ ਜੀ, ਸੰਗਠਨ ਬਣਿਆ। ਬਟ ਆਪਾਂ ਨੇ ਜੋ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੀ ਵਰਕਿੰਗ ਦੱਸਣੀ ਆ ਉਹ 1946 ਤੋਂ ਸਟਾਰਟ ਹੋਈ ਹੈ, ਠੀਕ ਹੈ ਜੀ, ਇਹ ਚੀਜ਼ ਹੋ ਜਾਏਗੀ। ਇਸ ਤੋਂ ਬਾਅਦ ਇਹਦਾ ਵੀ ਆਫਿਸ ਕਿਤੇ ਨਾ ਕਿਤੇ, ਠੀਕ ਹੈ ਉਹ ਹੈ ਹੇਗ ਦੇ ਵਿੱਚ, ਬਟ ਇਹਦੀ ਵੀ ਵਰਕਿੰਗ ਕਿਤੇ ਨਾ ਕਿਤੇ ਹੈ ਤਾਂ 1946 ਦੇ ਵਿੱਚ, ਯਾਦ ਰੱਖਣਾ। ਇਸ ਤੋਂ ਬਾਅਦ ਹੁਣ ਇਸ ਦਾ ਵੀ ਕੋਈ ਹੈੱਡ ਹੋਏਗਾ। ਹੁਣ ਜੋ ਇਸ ਦਾ ਹੈੱਡ ਹੈ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਹੈੱਡ ਹੈ, ਉਹ ਕੀ ਹੈ, ਉਹਨੂੰ ਕੀ ਬੋਲ ਦਿੰਦੇ ਆਪਾਂ, ਸੈਕਰੇਟਰੀ ਜਨਰਲ, ਠੀਕ ਹੈ ਜੀ, ਸੈਕਰੇਟਰੀ ਜਨਰਲ। ਜੇਕਰ ਸੈਕਰੇਟਰੀ ਜਨਰਲ ਹੈੱਡ ਹੈ ਤਾਂ ਉਸ ਟਾਈਮ ਜਦੋਂ ਇਹ ਬਣਿਆ ਜਾਂ ਵਰਕਿੰਗ ਦੇ ਵਿੱਚ ਆਇਆ, ਉਸ ਟਾਈਮ ਕੋਈ ਨਾ ਕੋਈ ਸੈਕਰੇਟਰੀ ਜਨਰਲ ਹੋਏਗਾ। ਸੋ ਜਿਸ ਨੂੰ ਬੋਲ ਸਕਦੇ ਆਪਾਂ ਫਸਟ ਸੈਕਰੇਟਰੀ ਜਨਰਲ, ਠੀਕ ਹੈ ਜੀ। ਫਸਟ ਸੈਕਰੇਟਰੀ ਜਨਰਲ ਕੌਣ ਸੀ ਇਸ ਦਾ, ਟ੍ਰਿਗਿਵਲਾਈ, ਠੀਕ ਹੈ ਜੀ, ਟ੍ਰਿਗਿਵਲਾਈ ਹੈ ਜਿਹੜਾ ਉਹ ਸਭ ਤੋਂ ਪਹਿਲਾ ਜੋ ਸੈਕਰੇਟਰੀ ਜਨਰਲ ਸੀ। ਇਸ ਨੂੰ ਆਪਾਂ ਕੀ ਬੋਲ ਸਕਦੇ ਹਾਂ, ਟ੍ਰਿਗਿਵਲਾਈ। ਅਤੇ ਇਹ ਕਿੱਥੋਂ ਦੇ ਸੀ, ਨਾਰਵੇ ਦੇ, ਠੀਕ ਹੈ ਜੀ, ਨਾਰਵੇ ਦੇ। ਇਸ ਤੋਂ ਬਾਅਦ ਜੇਕਰ ਪਹਿਲੇ ਸੀਗੇ ਤਾਂ ਓਬਵੀਅਸ ਹੈ ਕੋਈ ਨਾ ਕੋਈ ਹੁਣ ਵੀ ਸੈਕਰੇਟਰੀ ਜਨਰਲ ਹੋਣਗੇ। ਸੋ ਹੁਣ ਕੌਣ ਨੇ ਸੈਕਰੇਟਰੀ ਜਨਰਲ, ਐਂਟੋਨੀਓ ਗਟੇਰਸ, ਠੀਕ ਹੈ ਜੀ। ਹੁਣ ਕੌਣ ਨੇ ਸੈਕਰੇਟਰੀ ਜਨਰਲ, ਐਂਟੋਨੀਓ ਗਟੇਰਸ, ਠੀਕ ਹੈ ਜੀ, ਐਂਟੋਨੀਓ ਗਟੇਰਸ। ਸੋ ਬਹੁਤ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਹੈ ਵੀ ਕਿ ਫਸਟ ਸੈਕਰੇਟਰੀ ਜਨਰਲ ਕੌਣ ਸੀ ਅਤੇ ਹੁਣ ਸੈਕਰੇਟਰੀ ਜਨਰਲ ਨੇ ਜਿਹੜੇ ਉਹ ਕੌਣ ਨੇ। ਇਸ ਤੋਂ ਬਾਅਦ ਹੁਣ ਦੇਖੋ UNO ਦੇ ਅੰਡਰ ਕੁਝ ਏਜੰਸੀਜ਼ ਨੇ, ਠੀਕ ਹੈ ਜੀ, ਉਹਦੇ ਵਿੱਚੋਂ ਬਹੁਤ ਮੇਨ ਏਜੰਸੀਜ਼ ਮੈਂ ਲੈ ਕੇ ਆਇਆ ਤੁਹਾਡੇ ਲਈ ਜਿਹੜੀਆਂ ਜ਼ਰੂਰਤ ਦੇ ਲਈ ਹੈ, ਠੀਕ ਹੈ ਜੀ, ਜਿਨ੍ਹਾਂ ਦੇ ਬਾਰੇ ਆਪਾਂ ਪੜ੍ਹਨਾ। ਕੋਈ ਜ਼ਿਆਦਾ ਹੈਡਿਕ ਦੀ ਜ਼ਰੂਰਤ ਨਹੀਂ, ਸਿਰਫ ਇਹਨਾਂ ਦੇ ਬਾਰੇ ਕੀ ਪੁੱਛਿਆ ਜਾ ਸਕਦਾ। ਦੇਖੋ ਫੁੱਲ ਫੋਰਮ ਜੋ ਹੈ ਉਹ ਵੀ ਮੈਂ ਦੱਸ ਦਿੱਤੀ ਹੈ, ਅਤੇ ਇਸ 'ਤੇ ਜੋ ਹੈੱਡਕੁਆਟਰਸ ਨੇ ਕਿੱਥੇ ਨੇ ਇਹ ਵੀ ਤੁਹਾਨੂੰ ਦੱਸੇ ਗਏ ਨੇ, ਅਤੇ ਈਅਰਸ ਵੀ ਫਾਊਂਡ ਦੇ, ਠੀਕ ਹੈ ਜੀ। ਸੋ ਪਹਿਲਾ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ, ਦੇਖੋ ILO, ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਬੋਲਦੇ ਆ ਇਸ ਨੂੰ। ਇਹ 1919 ਦੇ ਵਿੱਚ ਬਣਿਆ ਅਤੇ ਇਸ ਦਾ ਹੈੱਡਕੁਆਟਰ ਕਿੱਥੇ ਹੈ, ਜੈਨੇਵਾ ਦੇ ਵਿੱਚ, ਠੀਕ ਹੈ ਜੀ, ਜਿਹੜਾ ਹੈੱਡ ਆਫਿਸ ਹੈ ਉਹ ਜੈਨੇਵਾ ਦੇ ਵਿੱਚ। ਇਸ ਤੋਂ ਬਾਅਦ IMF, ਇੰਟਰਨੈਸ਼ਨਲ ਮੋਨੇਟਰੀ ਫੰਡ, ਇਸ ਨੂੰ ਬੋਲਦੇ ਹਾਂ ਆਪਾਂ ਇੰਟਰਨੈਸ਼ਨਲ ਮੋਨੇਟਰੀ ਫੰਡ। ਇਸ ਦੀ ਐਸਟੈਬਲਿਸ਼ਮੈਂਟ ਹੋਈ 1945 ਦੇ ਵਿੱਚ ਅਤੇ ਵਾਸ਼ਿੰਗਟਨ ਦੇ ਵਿੱਚ ਇਸ ਦਾ ਜੋ ਹੈ ਹੈੱਡ ਆਫਿਸ ਹੈ। WHO, ਇਹ ਵੀ ਇੰਪੋਰਟੈਂਟ ਆ। ਦੇਖੋ ਹੁਣ ਆਪਾਂ ਨੂੰ ਪਤਾ ਹੈ ਕਿ ਇਸ ਟਾਈਮ ਜੋ ਕਰੰਟ ਸਿਚੁਏਸ਼ਨਸ ਨੇ ਉਸ ਦੇ ਅਕੋਰਡਿੰਗ ਵੀ ਪੁੱਛਿਆ ਜਾ ਸਕਦਾ। ਸੋ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਬਾਰੇ ਵੀ ਪੁੱਛਿਆ ਜਾ ਸਕਦਾ, ਜਿਵੇਂ ਕੋਵਿਡ ਦੀ ਸਿਚੁਏਸ਼ਨ ਚੱਲ ਰਹੀ ਹੈ ਇਸ ਟਾਈਮ। ਸੋ ਇਹ ਚੀਜ਼ ਤੁਹਾਨੂੰ ਪੁੱਛੀ ਜਾ ਸਕਦੀ ਹੈ ਕਿ WHO ਦਾ ਹੈੱਡਕੁਆਟਰ ਕਿੱਥੇ ਹੈ ਜਾਂ ਕਦੋਂ ਸਟੈਬਲਿਸ਼ ਹੋਇਆ, ਜਾਂ WHO ਦੀ ਫੁੱਲ ਫੋਰਮ ਕੀ ਹੈ। ਸੋ ਵਰਲਡ ਹੈਲਥ ਆਰਗੇਨਾਈਜੇਸ਼ਨ ਇਸ ਦੀ ਫੁੱਲ ਫੋਰਮ ਹੈ। 1948 'ਚ ਐਸਟੈਬਲਿਸ਼ਮੈਂਟ ਹੈ, ਜੈਨੇਵਾ ਦੇ ਵਿੱਚ ਹੈੱਡਕੁਆਟਰ ਹੈ। UNICEF 1945 ਦੇ ਵਿੱਚ ਐਸਟੈਬਲਿਸ਼। ਯੂਨਾਈਟਿਡ ਨੇਸ਼ਨਸ ਇੰਟਰਨੈਸ਼ਨਲ ਚਿਲਡਰਨਸ ਐਮਰਜੈਂਸੀ ਫੰਡ ਇਸ ਦੀ ਫੁੱਲ ਫੋਰਮ ਹੈ, ਨਿਊਯਾਰਕ ਦੇ ਵਿੱਚ, ਠੀਕ ਹੈ ਜੀ, ਹੈੱਡ ਆਫਿਸ। ਯੂਨੈਸਕੋ ਨੂੰ ਕੀ ਲਿਖਿਆ ਜਾ ਸਕਦਾ ਹੈ, ਯੂਨਾਈਟਿਡ ਨੇਸ਼ਨਸ ਐਜੂਕੇਸ਼ਨਲ ਸਾਇੰਟੀਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ, 1946 ਐਂਡ ਪੈਰਿਸ ਦੇ ਵਿੱਚ ਇਸ ਦਾ ਹੈੱਡ ਆਫਿਸ ਹੈ। ਸੋ ਇਸ ਦੇ ਨਾਲ ਹੀ ਆਪਾਂ ਫਰੈਂਡਸ UNO ਦਾ ਜੋ ਟੌਪਿਕ ਹੈ ਉਹ ਸਫੀਸ਼ੀਐਂਟ, ਇਟਸ ਮੋਰ ਦੈਨ ਸਫੀਸ਼ੀਐਂਟ ਆਈ ਥਿੰਕ ਅਕੋਰਡਿੰਗ ਟੂ ਯੂਅਰ ਐਗਜ਼ਾਮਸ, ਠੀਕ ਹੈ, ਫॉर ਯੂਅਰ ਐਗਜ਼ਾਮ ਬਹੁਤ ਅੱਛਾ ਹੈ। ਇੰਨਾ ਕੀ ਟੌਪਿਕ ਸਫੀਸ਼ੀਐਂਟ ਹੈ, ਠੀਕ ਹੈ। ਸਾਰੇ ਟੌਪਿਕਸ ਦੇ ਰਿਲੇਟਡ ਜੋ ਇੰਪੋਰਟੈਂਟ ਆਪਣੇ ਕਨਸੈਪਟਸ ਬਣਦੇ ਸੀ ਉਹ ਆਪਾਂ ਨੇ ਦੇਖ ਲਏ ਨੇ। ਸੋ ਤੁਸੀਂ ਬਹੁਤ ਵਧੀਆ ਢੰਗ ਨਾਲ ਇਸ ਨੂੰ ਕਰਨਾ। ਇਸ ਤੋਂ ਬਾਅਦ ਤੁਹਾਨੂੰ ਇਸੇ MCQs ਦੀ ਜੋ ਵੀਡੀਓ ਹੈ ਉਹ ਅਲੱਗ ਤੋਂ ਪ੍ਰੋਵਾਈਡ ਕਰ ਦਿੱਤੀ ਜਾਊਗੀ। ਸੋ ਇਸ ਨੂੰ ਦੁਬਾਰਾ ਤੋਂ ਦੁਬਾਰਾ ਦੇਖੋ, ਵੀਡੀਓ ਨੂੰ ਅੱਛੀ ਤਰ੍ਹਾਂ ਦੇਖੋ ਅਤੇ ਇਸ ਦੇ ਨੋਟਸ ਪ੍ਰਿਪੇਅਰ ਕਰ ਲਓ ਬਹੁਤ ਵਧੀਆ ਢੰਗ ਦੇ ਨਾਲ। ਇਸ ਨੂੰ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਤਾਂ ਕਿ ਤੁਹਾਨੂੰ ਵੱਧ ਤੋਂ ਵੱਧ ਹੋਰ ਜੋ ਮਟੀਰੀਅਲ ਹੈ ਉਹ ਪ੍ਰੋਵਾਈਡ ਕੀਤਾ ਜਾ ਸਕੇ, ਠੀਕ ਹੈ। ਥੈਂਕ ਯੂ।